हाँ जी स्टूडेंट्स, वेलकम। साडा अज दा टॉपिक आ इंटैलीजेंस, बुद्धि, मैंटल एबिलिटी वाला जो टॉपिक आ तुहाडा वो बुद्धि दे अंदर ही आउंदा है। तो बुद्धि का पहला मीनिंग देखांगे असीं, इहदियां डेफिनेशनस कंसैप्ट करांगे बुद्धि का, फिर अगे दी थ्योरियां। तो ब्रॉड कंसैप्टां नूं ध्यान नाल देखना है क्योंकि ये तुहानूं अगे भी काम आऊगा। ਜਦੋਂ भी ਤੁਹਾਡਾ कंपीटीशन टैसट होगा तो बुद्धि का संकल्प आ जिहड़ा ਉਹ ਤੁਹਾਡੇ ਕੰਮ ਆਊਗਾ। ਸਿੱਖਣ प्रक्रिया च बुद्धि का बहुत योगदान है। बुद्धि तो बिना ਅਸੀਂ ਕਹਿੰਦੇ ਸਿੱਖਿਆ नहीं जा सकता। ਸਿੱਖਣ प्रक्रिया ਜਿਹੜੀ ਆ ਉਹ ਮਨੁੱਖ ਲਈ ਜ਼ਰੂਰੀ ਆ ਕਿਉਂਕਿ ਇਹ ਉਸਦੇ ਵਿਵਹਾਰ ਵਿੱਚ ਪਰਿਵਰਤਨ ਲੈ ਕੇ ਆਉਂਦੀ ਹੈ। ਮਨੁੱਖੀ ਵਿਵਹਾਰ ਦਾ ਅਧਿਐਨ ਆ ਜਿਹੜਾ ਉਹ ਮਨੋਵਿਗਿਆਨ ਦਾ ਵਿਸ਼ਾ ਹੈ। इसलिए सीधा संबंध है जो मनोविज्ञान का, वो बुद्धि नाल। मनोविज्ञान के खेत्र च बुद्धि बारे जानना जोड़ा बहुत जरूरी है। जिन्ना चिर असी बुद्धि का कंसैप्ट क्लीयर नहीं करते, असी साइकोलॉजिकल कंसैप्ट ने जोड़े क्लीयर नहीं कर सकते, तो सानू आने वाले भविख दे विच कंपीटीशन लई जां किसी होर भी अगे जिहड़ी स्टडी आ उहदे लई सानू एक संकल्प ने जोड़े वो इमीजिएट ਜਿਹੜੀ ਇਨੀਸ਼ੀਅਲ ਸਟੇਜ ਦੇ ਉੱਤੇ ਕਰ ਲੈਣੇ ਚਾਹੀਦੇ ਨੇ। ਤਾਂ ਇਸ ਲਈ ਜਿਹੜੇ ਇਹ ਕਨਸੈਪਟ ਨੇ ਇਹਨਾਂ ਨੂੰ ਕਲੀਅਰ ਕਰਨਾ ਹੈ ਤੁਸੀਂ। ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਇਹਨਾਂ ਨੂੰ ਔਖਾ ਸਮਝ ਕੇ ਛੱਡ ਦਿੰਦੇ ਨੇ, ਪਰ ਬਹੁਤ ਇੰਟਰਸਟਿੰਗ ਤੇ ਈਜ਼ੀ ਨੇ। ਬੁੱਧੀ ਕੀ ਆ, ਇਸ ਦਾ ਵਿਕਾਸ ਕਿਵੇਂ ਹੁੰਦਾ ਹੈ, ਕੀ ਬੁੱਧੀ ਮਾਪੀ ਜਾ ਸਕਦੀ ਹੈ, ਜੇ ਹਾਂ ਤਾਂ ਕਿਵੇਂ। ਇਹਨਾਂ ਸਾਰੇ ਕੁਐਸਚਨਾਂ ਦਾ ਆਨਸਰ ਅਸੀਂ ਕਰਾਂਗੇ ਜਿਹੜੇ ਇੱਕ ਆਮ ਨਾਰਮਲ ਵਿਅਕਤੀ ਸੋਚਦਾ ਹੈ। ਬੁੱਧੀ ਜਮਾਂਦਰੂ ਜੀਵਿਕ ਪਰਮਾਤਮਾ ਵੱਲੋਂ ਦਿੱਤੀ ਗਈ ਸੋਚਣ ਦੀ ਸਮੱਸਿਆ ਸਮਾਧਾਨ ਕਰਨ ਦੀ ਯੋਗਤਾ ਹੈ। ਇਹ ਸਾਡੀ ਨਾਰਮਲ ਡੈਫੀਨੇਸ਼ਨ ਹੈ ਜਿਹੜੀ ਅਸੀਂ ਆਮ ਲੋਕ ਦੇ ਸਕਦੇ ਹਾਂ, ਪਰ ਬਹੁਤ ਸਾਰੇ ਮਨੋਵਿਗਿਆਨਿਕ ਨੇ ਜਿਹੜੇ ਉਹਨਾਂ ਅਨੁਸਾਰ ਬੁੱਧੀ ਦੀ ਇਹ ਡੈਫੀਨੇਸ਼ਨ ਨਹੀਂ, ਇਹ ਵਿਚਾਰ ਬੁੱਧੀ ਲਈ ਠੀਕ ਨਹੀਂ ਹੈਗੇ। ਤਾਂ ਜਦੋਂ ਅਸੀਂ ਜੇ ਬੈਕਗਰਾਊਂਡ 'ਚ ਜਾਈਏ ਤਾਂ ਬੁੱਧੀ ਦੇ ਸਿਧਾਂਤ ਬਣਨੇ ਸ਼ੁਰੂ ਹੋਏ ਨੇ ਤਾਂ ਇਹ ਸਮਝਿਆ ਜਾਂਦਾ ਸੀ ਕਿ ਬੁੱਧੀ ਦਾ ਸੰਬੰਧ ਸਾਡੀਆਂ ਸੰਵੇਦਨਾਤਮਕ ਅਤੇ ਗਤੀਆਤਮਕ ਯੋਗਤਾਵਾਂ ਨਾਲ ਹੈ। ਪਰੰਤੂ ਬਾਅਦ ਵਿੱਚ ਬਿਨੇ ਜਿਹੜਾ ਬੁੱਧੀ ਮਾਪਦੰਡ ਦਾ ਪਿਤਾਮਾ ਸਮਝਿਆ ਜਾਂਦਾ ਹੈ, ਉਸ ਨੇ ਇਸ ਵਿਚਾਰ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਬੁੱਧੀ ਇੱਕ ਸਧਾਰਨ ਮਾਨਸਿਕ ਯੋਗਤਾ ਹੈ। ਇੰਟੈਲੀਜੈਂਸ ਇਜ਼ ਅ ਜਨਰਲ ਮੈਂਟਲ ਐਬਿਲਿਟੀ। ਸਿੱਖਣ ਪ੍ਰਕਿਰਿਆ ਵਿੱਚ ਬੁੱਧੀ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਸਧਾਰਨ ਵਿਅਕਤੀ ਅਨੁਸਾਰ ਜਿਹੜੀ ਬੁੱਧੀ ਆ ਉਹ ਸੋਚਣ ਸਮਝਣ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਤੱਕ ਹੀ ਸੀਮਤ ਆ। ਹੁਣ ਅਸੀਂ ਬੁੱਧੀ ਦਾ ਅਰਥ ਤੇ ਇਹਦੀਆਂ ਪਰਿਭਾਸ਼ਾਵਾਂ ਦੇਖਦੇ ਹਾਂ। ਬੁੱਧੀ ਦਾ ਅਰਥ ਹੈ ਅਕਲ ਜਾਂ ਸੂਝ ਜਿਹੜੀ ਵਰਤੀ ਜਾਵੇ ਜਾਂ ਸਮਝ। ਬੁੱਧੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾਂਦਾ ਹੈ ਕਿ ਇੱਕ ਆਦਮੀ ਨੂੰ ਇੱਕ ਤੱਥ ਨੂੰ ਜਾਂ ਤੱਥਾਂ ਦੇ ਸਮੂਹ ਨੂੰ ਕਿਸ ਢੰਗ ਨਾਲ ਸਮਝਦਾ ਹੈ ਤੇ ਉਹ ਇਹਨਾਂ ਤੱਥਾਂ ਨਾਲ ਕਿਵੇਂ ਅਨੁਕਿਰਿਆ ਕਰਦਾ ਹੈ। ਕਿਸੇ ਵੀ ਗੱਲ ਦੀ ਅੰਡਰਸਟੈਂਡਿੰਗ, ਕਿਸੇ ਵੀ ਗੱਲ ਨੂੰ ਸਮਝਣਾ ਬੁੱਧੀ ਕਹਾਉਂਦਾ ਹੈ ਤੇ ਉਸ ਨਾਲ ਅਨੁਕਿਰਿਆ ਕਰਨੀ, ਉਸੇ ਢੰਗ ਨਾਲ ਐਕਟੀਵਿਟੀ ਕਰਨੀ ਬੁੱਧੀ ਕਹਾਉਂਦਾ ਹੈ। ਵੱਖ-ਵੱਖ ਮਨੋਵਿਗਿਆਨਿਕਾਂ ਨੇ ਬੁੱਧੀ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਨੇ। 2-3 ਕੈਟਾਗਰੀਜ਼ ਦੇ ਵਿੱਚ ਵੰਡ ਕੇ ਅਸੀਂ ਇਸ ਦੀਆਂ ਪਰਿਭਾਸ਼ਾਵਾਂ ਕਰਾਂਗੇ। ਨੰਬਰ 1 ਤੇ ਅਸੀਂ ਸਮਝਾਂਗੇ ਕਿ ਇੰਟੈਲੀਜੈਂਸ ਇਜ਼ ਐਬਿਲਿਟੀ ਟੂ ਐਡਜਸਟ। ਸਥਿਤੀ ਵਿੱਚ ਸਮਾਯੋਜਨ ਕਰਨ ਦੀ ਯੋਗਤਾ ਜਿਹੜੀ ਆ ਉਹ ਬੁੱਧੀ ਆ। ਇਸ ਜਿਹੜੀ ਆ ਸਥਿਤੀ ਲਈ ਕਿਹੜੀਆਂ ਪਰਿਭਾਸ਼ਾਵਾਂ ਦਿੱਤੀਆਂ ਨੇ, ਰੌਸ ਨੇ ਦਿੱਤੀ ਆ। ਬੁੱਧੀ ਨਵੀਂ ਸਥਿਤੀ ਵਿੱਚ ਸੁਚੇਤ ਸਮਾਯੋਜਨ। ਸਟਰਨ ਨੇ ਦਿੱਤੀ ਹੈ ਇਸ ਦੀ ਪਰਿਭਾਸ਼ਾ, ਬੁੱਧੀ ਨਵੀਂ ਪਰਿਸਥਿਤੀਆਂ ਵਿੱਚ ਲਚਕਦਾਰ ਸਮਾਯੋਜਨ ਦੀ ਸਮਰੱਥਾ ਹੈ। ਬਰਟ ਨੇ ਪਰਿਭਾਸ਼ਾ ਦਿੱਤੀ ਹੈ, ਬੁੱਧੀ ਵਾਤਾਵਰਨ ਦੇ ਨਾਲ ਨਾਲ ਆਪਣੇ ਆਪ ਨੂੰ ਸਮਾਯੋਜਨ ਕਰਨ ਦੀ ਸਿੱਖਣ ਦੀ ਯੋਗਤਾ ਹੈ। ਤਾਂ ਇਹ ਪਰਿਭਾਸ਼ਾਵਾਂ ਨੇ ਜਿਹੜੀਆਂ ਇਹ ਐਬਿਲਿਟੀ ਟੂ ਐਡਜਸਟ ਨਾਲ ਸੰਬੰਧਿਤ ਨੇ। ਅੱਗੇ ਬੁੱਧੀ ਨੂੰ ਅਸੀਂ ਕਹਾਂਗੇ ਬੁੱਧੀ ਇੱਕ ਸਿੱਖਣ ਦੀ ਯੋਗਤਾ ਹੈ। ਇੰਟੈਲੀਜੈਂਸ ਇਜ਼ ਐਬਿਲਿਟੀ ਟੂ ਲਰਨ। ਇਸ ਸਥਿਤੀ ਮੁਤਾਬਕ ਅਸੀਂ ਦੇਖਦੇ ਹਾਂ ਬੁੱਧੀ ਪੂਰਵ ਅਨੁਭਵ ਤੋਂ ਲਾਭ ਉਠਾਉਣ ਦੀ ਇੱਕ ਯੋਗਤਾ ਹੈ। ਬੁੱਧੀ ਦੀ ਪਰਿਭਾਸ਼ਾ ਨੂੰ ਪ੍ਰਸਿੱਧ ਮਨੋਵਿਗਿਆਨੀ ਐਬਿਨਗਾਊਸ ਤੇ ਥੌਰਨਡਾਈਕ ਨੇ ਪੇਸ਼ ਕੀਤਾ। ਬੰਕਿੰਗ
ਨੇ ਵੀ ਅਜਿਹਾ ਵਿਚਾਰ ਪ੍ਰਗਟ ਕੀਤਾ ਕਿ ਬੁੱਧੀ ਸਿੱਖਣ ਜਾਂ ਅਨੁਭਵ ਦੁਆਰਾ ਪ੍ਰਾਪਤ ਕਰਨ ਦੀ ਸਮਰੱਥਾ ਹੈ। ਇਟ ਇਜ਼ ਦ ਕਪੈਸਿਟੀ ਟੂ ਲਰਨ ਔਰ ਪ੍ਰੋਫਿਟ ਬਾਈ ਐਕਸਪੀਰੀਅੰਸ। ਤਾਂ ਤੀਜੇ ਨੰਬਰ ਤੇ ਅਸੀਂ ਦੇਖਦੇ ਹਾਂ ਬੁੱਧੀ ਅਮੂਰਤ ਚਿੰਤਨ ਦੀ ਯੋਗਤਾ ਹੈ। ਅਸੀਂ ਕਹਿੰਦੇ ਹਾਂ ਕਿ ਇੰਟੈਲੀਜੈਂਸ ਇਜ਼ ਦ ਐਬਿਲਿਟੀ ਟੂ ਕੈਰੀ ਔਨ ਐਬਸਟਰੈਕਟ ਥਿੰਕਿੰਗ। ਇਸ ਵਿਚਾਰ ਨਾਲ ਸਹਿਮਤ ਟਰਮਨ ਦੀ ਜਿਹੜੀ ਵਿਚਾਰਧਾਰਾ ਹੈ ਬੁੱਧੀ ਹੈ ਜਿਹੜੀ ਬੁੱਧੀ ਚੰਗੇ ਪਦਾਂ ਵਿੱਚ ਚਿੰਤਨ ਕਰਨ ਦੀ ਯੋਗਤਾ ਹੈ। ਵਿਨੇ ਨੇ ਕੀ ਕਿਹਾ ਇਹਦੇ ਬਾਰੇ? ਬੁੱਧੀ ਚੰਗੀ ਚਿੰਤਨ, ਚੰਗੇ ਨਿਰਣੇ ਤੇ ਸਵੈ ਆਲੋਚਨਾ ਦੀ ਸਮਰੱਥਾ ਹੈ। ਤਾਂ ਇਸ ਤਰ੍ਹਾਂ ਨਾਲ ਅਸੀਂ 3 ਤਰੀਕਿਆਂ ਨਾਲ ਬੁੱਧੀ ਦੀਆਂ ਪਰਿਭਾਸ਼ਾ ਨੂੰ ਕੈਟਾਗਰਾਈਜ਼ ਕੀਤਾ ਹੈ। ਤਾਂ ਇਹਦਾ ਮੀਨਿੰਗ ਤੇ ਪਰਿਭਾਸ਼ਾਵਾਂ ਕਲੀਅਰ। ਅੱਗੇ ਅਸੀਂ ਕਰਾਂਗੇ ਇਹਦੀਆਂ ਵਿਸ਼ੇਸ਼ਤਾਵਾਂ। ਬੁੱਧੀ, ਕਰੈਕਟਰਿਸਟਿਕਸ ਆਫ ਇੰਟੈਲੀਜੈਂਸ। ਤਾਂ ਪਹਿਲੀ ਕਰੈਕਟਰਿਸਟਿਕ ਕੀ ਹੈ ਇਹਦੀ ਵਿਸ਼ੇਸ਼ਤਾ? ਜਮਾਂਦਰੂ ਸ਼ਕਤੀ। ਬੁੱਧੀ ਹੈ ਜਿਹੜੀ ਉਹ ਸਿੱਖਣ ਤੇ ਸਮਾਯੋਜਨ ਕਰਨ ਦੀ ਜਮਾਂਦਰੂ ਤੇ ਕੁਦਰਤੀ ਸ਼ਕਤੀ ਹੈ। ਸਮੱਸਿਆ ਸਮਾਧਾਨ। ਬੁੱਧੀ ਗਿਆਨ ਨਹੀਂ, ਇਹ ਗਿਆਨ ਪ੍ਰਾਪਤ ਕਰਨ ਤੇ ਸਮੱਸਿਆ ਦਾ ਸਮਾਧਾਨ ਕਰਨ ਦੀ ਸ਼ਕਤੀ ਹੈ। ਨਿੱਜੀ ਭਿੰਨਤਾ। ਬੁੱਧੀ ਦੇ ਪੱਧਰ ਦੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਭਿੰਨਤਾ ਹੁੰਦੀ ਹੈ। ਸਿੱਖਣ ਵਿੱਚ ਸਹਾਇਤਾ। ਇੱਕ ਵਿਅਕਤੀ ਨੂੰ ਸਿੱਖਣ ਸਮਾਯੋਜਨ ਕਰਨ ਵਿੱਚ ਸਹਾਇਤਾ ਕਰਦੀ ਹੈ ਬੁੱਧੀ। ਸਮੱਸਿਆਵਾਂ ਦਾ ਹੱਲ ਕਰਨਾ ਸਿਖਾਉਂਦੀ ਆ। ਵਿਰਸਾ ਦਾ ਰੋਲ ਬੁੱਧੀ ਨੂੰ ਪ੍ਰਭਾਵਿਤ ਕਰਨ ਲਈ ਵਿਰਸਾ ਬਹੁਤ ਤਾਕਤਵਰ ਕਾਰਕ ਆ। ਸਿੱਖਿਆ ਐਜ਼ ਅ ਫੈਕਟਰ। ਤਾਂ ਬੁੱਧੀ ਜਿਹੜੀ ਆ ਸਿੱਖਿਆ, ਸਿਖਲਾਈ ਤੇ ਵਾਤਾਵਰਨ ਨੇ ਬੁੱਧੀ ਨੂੰ ਵਿਕਾਸ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਸੱਭਿਆਚਾਰ ਦਾ ਵੀ ਮਹੱਤਵਪੂਰਨ ਰੋਲ ਆ। ਬੁੱਧੀ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਕਾਰਕ ਤੇ ਕੰਮ ਜਿਹੜੇ ਨੇ ਉਹਨਾਂ ਦੀ ਭਿੰਨਤਾ ਵੀ ਬੁੱਧੀ ਤੇ ਅਸਰ ਪਾਉਂਦੀ ਆ। ਬੁੱਧੀ ਦੇ ਵਿੱਚ ਕੋਈ ਲਿੰਗੀ ਭਿੰਨਤਾ ਨਹੀਂ ਪਾਈ ਜਾਂਦੀ। ਇਹ ਨਹੀਂ ਹੁੰਦਾ ਕਿ ਮੁੰਡੇ ਜੇ ਕੁੜੀਆਂ ਦੀ ਬੁੱਧੀ ਦੇ ਵਿੱਚ ਭਿੰਨਤਾ ਹੋਵੇ। ਅਕਾਦਮਿਕ ਪ੍ਰਾਪਤੀ। ਬੁੱਧੀ ਤੇ ਅਕਾਦਮਿਕ ਪ੍ਰਾਪਤੀ ਵਿੱਚ ਬਹੁਤ ਗਹਿਰਾ ਸੰਬੰਧ ਪਾਇਆ ਜਾਂਦਾ ਹੈ। ਫਿਰ ਥੋਰਨਡਾਈਕ ਨੇ 4 ਪੱਖ ਦੱਸੇ ਨੇ ਬੁੱਧੀ ਦੇ। ਇਹ ਸਾਨੂੰ ਇੱਥੇ ਮੈਂਸ਼ਨ ਕਰਨਾ ਜ਼ਰੂਰੀ ਆ। ਲੈਵਲ, ਪੱਧਰ ਤੋਂ ਭਾਵ ਕਿਸੇ ਖੇਤਰ ਵਿਚਲੀਆਂ ਸਮੱਸਿਆਵਾਂ ਦੀ ਕਠਿਨਾਈ ਤੋਂ ਹੈ ਜਿਨ੍ਹਾਂ ਵਿੱਚ ਵਿਅਕਤੀ ਮਹਾਰਤ ਪ੍ਰਾਪਤ ਕਰ ਸਕਦਾ ਹੈ। ਇਹ ਕੰਮ ਕਠਿਨਾਈ ਦੇ ਪੱਧਰ ਨਾਲ ਸੰਬੰਧਿਤ ਹੈ। ਇਸ ਨਾਲ ਵਿਅਕਤੀ ਦੀ ਬੁੱਧੀ ਦਾ ਪੱਧਰ ਪਤਾ ਲੱਗਦਾ ਹੈ। ਖੇਤਰ। ਖੇਤਰ ਆ ਜਿਹੜਾ ਪੱਧਰ ਦੇ ਵਿਸਤਾਰ ਦਾ ਗੁਣਨਫਲ ਆ। ਕੋਈ ਵੀ ਵਿਅਕਤੀ ਕਿਸ ਖੇਤਰ ਵਿੱਚ ਵੱਧ ਮਹਾਰਤ ਪ੍ਰਾਪਤ ਕਰ ਸਕਦਾ ਹੈ ਤੇ ਕੋਈ ਕਿਸੇ ਹੋਰ ਖੇਤਰ 'ਚ। ਇਸ ਦਾ ਸੰਬੰਧ ਉਹਨਾਂ ਸਥਿਤੀਆਂ ਦੀ ਕੁੱਲ ਸੰਖਿਆ ਨਾਲ ਹੈ ਜਿਨ੍ਹਾਂ ਵਿੱਚ ਵਿਅਕਤੀ ਨੂੰ ਪ੍ਰਤੀਕਿਰਿਆ ਕਰਨੀ ਹੁੰਦੀ ਹੈ। ਫਿਰ ਹੈਗਾ ਗਤੀ, ਸਪੀਡ। ਗਤੀ ਵਿੱਚ ਕਿਰਿਆਵਾਂ ਕਰਨ ਦੀ ਗਤੀ ਦੇਖੀ ਜਾਂਦੀ ਆ। ਅਸੀਂ ਕਿਹੜੀ ਸਥਿਤੀ ਵਿੱਚ ਕਿੰਨੀ ਤੇਜ਼ੀ ਨਾਲ ਪ੍ਰਤੀਕਿਰਿਆ ਕਰਦੇ ਹਾਂ ਇਹਦੇ ਨਾਲ ਵੀ ਬੁੱਧੀ ਹੈ ਜਿਹੜੀ ਉਹ ਦਿਖਾਈ ਦਿੰਦੀ ਆ। ਵਿਸਤਾਰ, ਰੇਂਜ। ਵਿਸਤਾਰ ਤੋਂ ਭਾਵ ਆ ਖੇਤਰਾਂ ਦੀ ਸੰਖਿਆ, ਕਿੰਨਾ ਬਰੋਡ ਸਾਡਾ ਏਰੀਆ ਏ। ਇੱਕ ਵਿਅਕਤੀ ਦੀ ਮਹਾਰਤ ਪ੍ਰਾਪਤ ਕਰ ਸਕਦਾ ਹੈ ਜਿਨ੍ਹਾਂ ਵਿੱਚ ਜਿਸ ਦਾ ਸੰਬੰਧ ਇਸ ਨਾਲ ਕਿ ਇੱਕੋ ਤਰ੍ਹਾਂ ਦੇ ਕਿੰਨੇ ਹੀ ਔਖੇ ਕੰਮ ਅੱਜ ਅਸੀਂ ਕਰ ਸਕਦੇ ਹਾਂ। ਤਾਂ ਇਹ 4 ਜਿਹੜੇ ਪੱਖ ਥੋਰਨਡਾਈਕ ਅਨੁਸਾਰ ਬੁੱਧੀ ਦੇ ਨੇ। ਤਾਂ ਇਹ ਬੁੱਧੀ ਦੀਆਂ ਵਿਸ਼ੇਸ਼ਤਾਵਾਂ, ਮੀਨਿੰਗ ਤੇ ਪਰਿਭਾਸ਼ਾਵਾਂ ਕੀਤੀਆਂ ਨੇ ਅਸੀਂ ਅੱਜ ਇਸ ਵੀਡੀਓ ਦੇ ਵਿੱਚ। ਇੰਨਾ ਹੀ। ਅੱਗੇ ਫਿਰ ਨੈਕਸਟ ਟੌਪਿਕ ਲੈ ਕੇ ਮਿਲਦੇ ਹਾਂ ਬੁੱਧੀ ਨਾਲ ਹੀ ਸੰਬੰਧਿਤ। ਓਕੇ, ਥੈਂਕਸ।